कहाँ बुद्ध प्रभ तुष हमारी। बरन सके महिमा जो तिहारी। हम ना सकत कर सिवत तुम्हारी। आप लिहो तुम कथा सुधारी। आप लिहो तुम कथा सुधारी। जुगो जुग अटल चवर छतर तख दे मालक। कलजो के जहाज बाणी के बोहित। हलत पलत के रक्षक शब्द गुरु जगत गुरु। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਵਾਸਤੇ ਗੁਰੂ ਚਰਨਾਂ ਵਿੱਚ ਇਕੱਤਰ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਇਤਿਹਾਸ ਕੌਮਾਂ ਦਾ ਸਰਮਾਇਆ ਹੋਇਆ ਕਰਦੇ ਹਨ। आओ कुछ कु पलों वास्ते इतिहास की विचार नाल जुड़ना करिए। विचार की आरंभता तो पहला कलगीधर पिता जी की बख्शी हुई फतेह की सांझ पाइए। बुलाओ फतेह जी। वाहिगुरु जी का खालसा वाहिगुरु जी की फतेह। गुरमुख प्यारिओ, कल विचार चल रही सी महाराजा रणजीत सिंह के इतिहास का तीसरा भाग। अज चौथे भाग विच असीं बड़े संखेप जे समय विच विचार करांगे कि ऐसे बिखरे समय दे विच भी इन्नियां गदारियां दे विच भी सिख किन्नी सूरबीरता ते बहादरी दे नाल लड़े। बड़े संखेप च मैं अपना सांझ पावांगा। महाराजा दलीप सिंह की ताजपोशी हुंदी है। बाद विच अंग्रेज़ां ते सिखां विचकार जिहड़ा पहला युद्ध हुंदा उहनूं आखिया जांदा फर्स्ट सिख एंगलो युद्ध। ये युद्ध जिहड़ा है 18 दसंबर 1845 नूं मुदकी शहर विच लड़िया जांदा है। इहदे विच लाल सिंह तेज सिंह इन्हां गदारां दे करके सिख फौजां जित के अंत नूं हारदियां हन। जिहदे विच गवाही भरी शाह मुहम्मद ने। शाह मुहम्मद दा एक सरकार बाझों अज फौजां जित के अंत नूं हारियां ने। अज होवे सरकार तां मुल पावे ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। 21 ਦਸੰਬਰ 1845 ਨੂੰ ਦੂਸਰੀ ਜੰਗ ਲੜੀ ਜਾਂਦੀ ਹੈ ਫਿਰੋਜ਼ ਸ਼ਾਹ ਦੀ ਜੰਗ। ਇਹਦੇ ਵਿੱਚ ਵੀ ਸਿੱਖ ਫੌਜਾਂ ਦੀ ਹਾਰ ਹੁੰਦੀ ਹੈ। ਫਿਰ ਤੀਸਰੀ ਜੰਗ ਲੜੀ ਜਾਂਦੀ ਬੱਦੋਵਾਲ ਦੀ ਜੰਗ। ਇਹ 21 ਜਨਵਰੀ 1846 ਨੂੰ ਇਹ महान सूरबीर योधे सिख जरनैल सरदार रणजोध सिंह ते हैंगरी स्मिथ दे विचकार लड़ी जाती है। अंग्रेज़ों वालों हैंगरी स्मिथ है ते सिखां वालों सरदार रणजोध सिंह। ना भी रणजोध है ते है भी रण दा योधा है। ये जंग 21 जनवरी 1846 नूं इनू बद्दोवाल की लड़ाई आख्या जाता है। ਇਹਦੇ ਵਿੱਚ ਸਰਦਾਰ ਰਣਜੋਧ ਸਿੰਘ ਦੀ ਕਮਾਨ ਹੇਠ ਸਿੱਖਾਂ ਦੀ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ। ਪਹਿਲੀਆਂ ਦੋ ਜੰਗਾਂ ਹਾਰੀਆਂ ਕੁਝ ਹੱਦ ਤੱਕ ਸਿੱਖ ਸਮਝ ਚੁੱਕੇ ਸਨ ਕਿ ਕੁਝ ਗਦਾਰਾਂ ਕਰਕੇ ਜੰਗਾਂ ਹਾਰਦੀਆਂ। ਇਹਦੇ 'ਚ ਰਣਜੋਧ ਸਿੰਘ ਨੇ ਬੜੀ ਵਧੀਆ ਫੌਜ ਦੀ ਕਮਾਨ ਸੰਭਾਲੀ ਤੇ ਇਹਦੇ ਵਿੱਚ ਹੈਂਗਰੀ ਸਮਿਥ ਨੂੰ ਹਾਰ ਦਾ ਮੂੰਹ ਵੇਖਣਾ ਪਿਆ। फिर समा आया 28 जनवरी 1846। 21 नूं पहलां ये जंग जित्ती गई जनवरी नूं। 28 जनवरी फिर थोड़े दिनों बाद अलीवाल की लड़ाई हुई। ये फिर
ਡੋਗਰਿਆਂ ਭਰਾਵਾਂ ਦੀ ਗਦਾਰੀ ਕਾਰਨ ਸਿੱਖ ਫੌਜਾਂ ਦੀ ਹਾਰ ਹੁੰਦੀ ਹੈ। ਫਿਰ ਸਭਰਾਵਾਂ ਦੀ ਜੰਗ ਹੋਈ, ਜਿਹਦਾ ਕੱਲ੍ਹ ਆਪ ਦੇ ਨਾਲ ਵਿਚਾਰ ਕੀਤਾ ਸੀ 10 ਫਰਵਰੀ 1846 ਨੂੰ। ਉਸ ਤੋਂ ਬਾਅਦ ਲਾਹੌਰ ਦੀ ਸੰਧੀ ਹੁੰਦੀ ਹੈ 9 ਮਾਰਚ 1846 ਨੂੰ। ਇਸ ਲਾਹੌਰ ਦੀ ਸੰਧੀ ਦੇ ਵਿੱਚ ਇਹ ਮਤਾ ਪਾਸ ਕੀਤਾ ਜਾਂਦਾ ਹੈ ਕਿ ਇਹਨਾਂ ਜੰਗਾਂ ਦੇ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਦਾ ਬੜਾ ਨੁਕਸਾਨ ਕੀਤਾ। 1.5 ਕਰੋੜ ਰੁਪਇਆ ਇਸ ਯੁੱਧ ਦਾ ਹਰਜਾਨਾ ਦੇਣਾ ਹੋਵੇਗਾ। ਜੇ 1.5 ਕਰੋੜ ਰੁਪਇਆ, ਵੇਖੋ ਕਿੱਡੀ ਵੱਡੀ ਰਕਮ ਹੋਏਗੀ ਉਸ ਸਮੇਂ। 1.5 ਕਰੋੜ ਜਦੋਂ ਸਰਕਾਰ ਜਿਉਂਦੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਦੋਂ ਤੇ ਇਹਨਾਂ ਕਰੋੜਾਂ ਦੀ ਕੋਈ ਕੀਮਤ ਨਹੀਂ ਸੀ। ਉਹਦੇ ਰਾਜ ਦਰਬਾਰ ਵਿੱਚ ਸਭ ਤੋਂ ਅਮੀਰ ਰਾਜ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ। ਦੁਨੀਆ ਦਾ ਸਭ ਤੋਂ ਕੀਮਤੀ ਕੋਹਿਨੂਰ ਹੀਰਾ ਸੀ ਉਹਦੇ ਰਾਜ ਦੀ ਸ਼ਾਨ, ਤੇ ਸੋਨਾ ਹੀਰੇ ਜਵਾਹਰਾਤ ਦਾ ਤੇ ਕੋਈ ਗਿਣਤੀ ਨਹੀਂ ਸੀ। ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ, ਮੈਂ ਹਰ ਰੋਜ਼ ਜ਼ਿਕਰ ਕਰਦਾ ਹਾਂ ਕਿ ਹਰਿਮੰਦਰ ਸਾਹਿਬ ਤੇ ਸੋਨਾ ਭੇਟ ਕੀਤਾ ਉਸਨੇ। ਹਜ਼ੂਰ ਸਾਹਿਬ ਦੀ, ਨਨਕਾਣਾ ਸਾਹਿਬ ਦੀ, ਡੇਰਾ ਸਾਹਿਬ ਦੀ, ਇਹਨਾਂ ਗੁਰਧਾਮਾਂ ਦੀ ਤੇ ਸੇਵਾ ਕਰਵਾਈ ਸ਼ੇਰੇ ਪੰਜਾਬ ਨੇ। ਤੇ ਨਾਲ ਨਾਲ ਉਹਨੇ ਕਾਂਸ਼ੀ ਵਿਸ਼ਵਨਾਥ ਮੰਦਰ ਤੇ ਵੀ 880 ਕਿਲੋ ਸੋਨਾ ਜਿਹੜਾ ਉਹ ਭੇਟ ਕੀਤਾ, ਜਿਹਨੂੰ 22 ਮਣ ਆਖਿਆ ਜਾਂਦਾ। ਮਸਜਿਦਾਂ ਦੀ ਸੇਵਾਵਾਂ ਉਸਨੇ ਕਰਾਈਆਂ। ਉਹ ਸਭ ਦਾ ਸਾਂਝਾ ਬਾਦਸ਼ਾਹ ਸੀ। ਕੁਦਰਤ ਨੇ ਉਹਨੂੰ ਇੱਕ ਅੱਖ ਦਿੱਤੀ ਸੀ, ਪਰ ਉਹਨੇ ਉਹਦਾ ਵੀ ਪੋਜੀਟਿਵ ਲਿਆ। ਉਹ ਸਾਰਿਆਂ ਨੂੰ ਇੱਕ ਹੀ ਅੱਖ ਦੇ ਨਾਲ ਬਰਾਬਰ ਦੇਖਿਆ ਕਰਦਾ ਸੀ। ਪਰ ਅੱਜ ਸਿੱਖ ਫੌਜਾਂ ਵਾਸਤੇ 1.5 ਕਰੋੜ ਰੁਪਇਆ ਹਰਜਾਨਾ ਦੇਣਾ ਬੜਾ ਮੁਸ਼ਕਲ ਸੀ। ਇਹਦੇ 'ਚ ਸ਼ਰਤ ਰੱਖੀ ਗਈ, ਜੇ ਹਰਜਾਨਾ ਤੁਸੀਂ ਨਾ ਦੇ ਸਕੋ ਤਾਂ ਫਿਰ ਜਗੀਰ ਦਿਓਗੇ, ਤੇ ਇਹ ਜਿਹੜੀ ਤੁਸੀਂ ਜਗੀਰ ਦਿਓਗੇ ਇਹ ਰਾਜਾ ਗੁਲਾਬ ਸਿੰਘ ਨੂੰ ਦੇਣੀ ਹੋਵੇਗੀ। ਤੁਸੀਂ ਇੱਥੋਂ ਸਮਝ ਸਕਦੇ ਹੋ ਕਿ ਰਾਜਾ ਗੁਲਾਬ ਸਿੰਘ ਵੀ ਤਾਂ ਇੱਕ ਫੌਜਾਂ ਦਾ ਜਰਨੈਲ ਸੀ, ਸਿੱਖ ਫੌਜਾਂ ਦਾ। ਹੁਣ ਇਹ ਅੰਗਰੇਜ਼ਾਂ ਨੇ ਸਿੱਖਾਂ ਕੋਲੋਂ ਹਰਜਾਨੇ ਦੇ ਰੂਪ ਜਗੀਰ ਲੈ ਕੇ ਰਾਜਾ ਗੁਲਾਬ ਸਿੰਘ ਨੂੰ ਕਿਉਂ ਦੇਣੀ ਸੀ? ਉਸ ਗਦਾਰੀ ਦੇ ਬਦਲੇ ਉਹਨੂੰ ਤੋਹਫਾ ਦੇਣਾ ਸੀ ਅੰਗਰੇਜ਼ਾਂ ਨੇ। ਫਿਰ ਕਸ਼ਮੀਰ ਦੀ ਜਿਹੜੀ ਜਗੀਰ ਹੈ ਉਹ ਗੁਲਾਬ ਸਿੰਘ ਡੋਗਰੇ ਕੋਲ ਚਲੀ ਗਈ, ਕਿਉਂਕਿ ਸਿੱਖ ਫੌਜਾਂ 1.5 ਕਰੋੜ ਰੁਪਇਆ ਹਰਜਾਨਾ ਨਾ ਦੇ ਸਕੀਆਂ। ਸਤਲੁਜ ਤੇ ਬਿਆਸ ਦੇ ਵਿਚਕਾਰ ਅੰਗਰੇਜ਼ ਅੱਜ ਕਾਬਜ਼ ਹੋ ਚੁੱਕੇ ਸਨ। ਸਿੱਖ ਸੈਨਾ ਦੀ ਫਿਰ ਕਟੌਤੀ ਕਰਨੀ ਸ਼ੁਰੂ ਹੋਈ। ਕਟੌਤੀ ਅੰਗਰੇਜ਼ਾਂ ਨੇ ਕੀਤੀ ਕਿ ਤੁਸੀਂ ਸਿਰਫ 20,000 ਪੈਦਲ ਸੈਨਾ ਹੀ ਰੱਖ ਸਕਦੇ ਹੋ, 12,000 ਘੋੜਸਵਾਰ ਰੱਖ ਸਕਦੇ ਹੋ, ਇਸ ਤੋਂ ਜ਼ਿਆਦਾ ਫੌਜ ਤੁਸੀਂ ਨਹੀਂ ਰੱਖੋਗੇ। ਜਿਹੜਾ ਮਹਾਰਾਜਾ ਰਣਜੀਤ ਸਿੰਘ, ਜਿਹਦੇ ਹੁਕਮ ਕਾਬਲ ਕੰਧਾਰ ਤੱਕ ਚੱਲਦੇ ਸਨ, ਤਿੱਬਤ ਤੱਕ, ਅਫਗਾਨ ਜਿਹਦਾ ਲੋਹਾ ਮੰਨਦੇ ਸੀ, ਜਦੋਂ ਕਿਤੇ ਘੋੜੇ 'ਤੇ ਸਵਾਰ ਹੁੰਦਾ ਸੀ, ਦਰਾ ਖੈਬਰ ਦੀਆਂ ਪਹਾੜੀਆਂ ਮਾਨੋ ਸੀਸ ਨਵਾ ਕੇ ਖੜੀਆਂ ਹੋ ਜਾਂਦੀਆਂ ਸਨ। ਅੱਜ ਉਸ ਸੈਨਾ ਦੇ ਵਿੱਚ ਕਟੌਤੀਆਂ ਉਹ ਗੈਰ ਕਰ ਰਹੇ ਜਿਨ੍ਹਾਂ ਨੂੰ ਕਦੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਪਾਸੇ ਖੰਘਣ ਨਹੀਂ ਸੀ ਦਿੱਤਾ। 200 ਸਾਲ ਦੀ ਗੁਲਾਮੀ ਸਹੀ ਹੈ ਇਸ ਭਾਰਤ ਦੇਸ਼ ਨੇ, ਪਰ ਸਿੱਖਾਂ ਨੇ ਸਿਰਫ 96 ਸਾਲ ਦੀ ਗੁਲਾਮੀ ਬਰਦਾਸ਼ਤ ਕੀਤੀ ਹੈ। ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀ ਉਹ ਦੁਸ਼ਮਣ ਸਾਡੇ ਇਸ ਪੰਜਾਬ ਦੇ ਕੋਲੋਂ ਦੀ ਵੀ ਨਹੀਂ ਲੰਘ ਸਕਿਆ। ਇੱਥੋਂ ਤੱਕ ਕਿ ਅਬਦਾਲੀ ਦੇ ਪੋਤਰੇ ਨੂੰ ਵੀ ਇੱਥੋਂ ਭਜਾਇਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ। ਅੱਜ ਕਟੌਤੀ ਹੋ ਗਈ, 20,000 ਪੈਦਲ ਸੈਨਾ, 12,000 ਘੋੜਸਵਾਰ ਹੀ ਰੱਖ ਸਕੋਗੇ। ਫਿਰ ਦੂਸਰੀ ਇਹ ਜਿਹੜੀ ਲਾਹੌਰ ਦੀ ਸੰਧੀ ਹੋਈ ਨਾ, ਇਹਦੇ ਵਿੱਚ ਹੋਰ ਵੀ ਸ਼ਰਤ ਰੱਖੀ ਗਈ ਕਿ ਪੰਜਾਬ ਵਿੱਚ 1 ਸਾਲ ਵਾਸਤੇ ਹੁਣ ਅੰਗਰੇਜ਼ੀ ਸੈਨਾ ਰਹੇਗੀ। ਪਹਿਲੀ ਸੰਧੀ ਹੁੰਦੀ 9 ਮਾਰਚ 1846 ਨੂੰ, ਦੂਜੀ ਲਾਹੌਰ ਦੀ ਸੰਧੀ ਫਿਰ ਜਲਦੀ ਹੋ ਜਾਂਦੀ ਹੈ 11 ਮਾਰਚ 1846 ਨੂੰ। ਪਹਿਲੀ 9 ਮਾਰਚ ਨੂੰ ਤੇ ਦੂਸਰੀ 11 ਮਾਰਚ ਨੂੰ, 2 ਦਿਨ ਬਾਅਦ। ਦੇਖੋ ਕਿੱਡੇ ਤਰੀਕੇ ਦੇ ਨਾਲ ਇਹਨਾਂ ਫੌਜਾਂ ਨੂੰ ਗੁਲਾਮ ਬਣਾਇਆ ਜਾ ਰਿਹਾ। 9 ਮਾਰਚ ਨੂੰ ਲਾਹੌਰ ਦੀ ਪਹਿਲੀ ਸੰਧੀ
ਤੇ दूसरी उस तो 2 दिन बाद ही 11 मार्च 1846 ਨੂੰ दूसरी संधि ਕਰਦੇ ਆ। ਇਹਦੇ ਵਿੱਚ ਕੀ ਸ਼ਰਤ ਪਾਸ ਕੀਤੀ ਜਾਂਦੀ ਹੈ कि पंजाब ਵਿੱਚ 1 साल वास्ते ਹੁਣ अंग्रेजी सेना रहेगी ਤੇ सारा सेना ਦਾ खर्चा पंजाब भाव के सरकार खालसा भरेगी। इस तरीके दे नाल ये पंजाब ਦਾ ਜਿਹੜਾ सरकार खालसा ਦਾ राज ਸੀ ਇਹਨੂੰ खोया गया। फिर भैरोंवाल की संधि हुई। अंग्रेज ये भैरोंवाल की संधि हुंदी है 18 दसंबर 1846 ਨੂੰ। ਇਹਦੇ ਵਿੱਚ आख्या गया, शर्त रखी गई, अंग्रेज सेना स्थाई रूप दे विच पंजाब विच रहेगी ते 22 लाख रुपया सालाना खर्चा इहदा सरकार खालसा देगी। देखो किड्डी हैरानी वाली गल है। अज भी किते कोई कह दे ना पंजाब नूं कि तुहाडे कोल 22 लाख रुपया सालाना तुसीं देना होएगा जां 1.5 करोड़ रुपया देना होएगा तो बड़ा औखा हो जाएगा, नहीं दे सकणगे। पर उस समय उस महाराजा रणजीत सिंह दे राज नूं तीसरी संधि विच, पहली संधि विच 1.5 करोड़ रुपया ना देण ते कश्मीर दा राज डोगरे गुलाब सिंह नूं दे दिता गया। दूसरी संधि हुई, सैना की कटौती हो गई। तीसरी संधि 2 दिन बाद हुई, उहदे विच दस्सिया गया एक साल वास्ते हुण अंग्रेज हुकूमत रहेगी इत्थे ते उहदा खर्चा जिहड़ा सिख फौज देवेगी। फिर भैरोंवाल की संधि हुई, इहदे विच कहा गया कि अंग्रेज सेना स्थाई रूप विच रहेगी, भाव कि हुण सਦੀवी रहेगी, हुण तुसीं इहनूं इत्थों कढ नहीं सकदे ते 22 लाख रुपया सालाना तुसीं इस सेना का खर्चा देना होएगा। एडी वड्डी रकम कोई भी राज अज भी नहीं दे सकता। उस समय सालाना खर्चा खालसा राज देवेगा, हुक्म हो गया। लाहौर का राज प्रबंध जिहड़ा है इनू रीजेंसी कौंसल देखेगी। भाव एक नाम दा ही दलीप सिंह शहजादा जिहड़ा सी उन्होंने नाम दा जिहड़ा सी रखा गया राज दे उत्ते, लेकिन ये उत्ते नियुक्त कौन किया गया कि लाहौर का राज प्रबंध एक रीजेंसी कौंसल देखेगा। 8 मैंबर होणगे इहदे विच। मुखी इहदा ब्रिटिश रेजिडेंट हैनरी स्मिथ होवेगा। भाव कि सारी कमांड उन्होंने आस्ते आस्ते अपने हत्थां विच लैनी शुरू कर दी। उस तो बाद महाराणी जिंद कौर दे नाल बड़ी बदसलूकी होण लगी राज दरबार दे विच, भाव कि अंग्रेज़ां वालों। ये सिख फौजां तो बर्दाश्त नहीं होया ते बदले की भावना वजों उन्हां अणखी सूरबीर योद्धियां ने फिर सैकंड सिख एंगलो युद्ध लड़िया 1848-49 दे विच। देखो एडे बिखड़े समय दे विच भी सिख सूरबीर योद्धे जिहड़े सी उन्हां अपनी अणख नहीं गवाई। पर अज किहो जिहा समा आ गया, अज असी अणखां अपने हत्थीं आप अणखां दे बूटे पुट चुके हाँ। अज अपने हत्थीं गुरु की सिੱਖੀ नूं असी नाइयां दीयां दुकानां ते जाके रोल रहे हाँ। उस समय सिख जरनैलों ने महाराणी जिंद कौर दे नाल होई बदसलूकी का बदला लैण वास्ते सैकंड सिख एंगलो युद्ध जिहड़ा है ये शुरू होया 1848-49 दे विच लड़िया गया। इसदा मुख कारण असल दे विच यही सी कि ये महाराणी जिंदा दी सरप्रस्ती दे विच उस समय जंग लड़िया गया। भैरोंवाल की संधि विच भी सरप्रस्त रही 1853 तक। इनू फिर इन्होंने कहा कि कौंसल ही देखेगी सारे नूं जदों तक महाराजा दलीप सिंह बालक नहीं हो जाता। भैरोंवाल की संधि च भी शर्त रखी गई कि जदों तक महाराजा दलीप सिंह बालक हो जाएगा नाबालग तो 1853 तक इस राज प्रबंध नूं सरकारे खालसा नूं कल्ली कौंसल ही देखेगी। और इस तरह फिर महाराणी जिंद कौर नूं राज प्रबंध तो हटा दिता गया। कौंसल नियुक्त कर दी गई 8 मैंबरी ते महाराणी दी 1.5 लाख रुपया पेंशन ला दी गई गुजारे वास्ते। पर ये सिर्फ नाम ही नाम सी। वो रिएक्शन देखना चाहते सी सिख फौजां का की रिएक्शन आ ਜਾਂ किते विद्रोह नहीं हो जाएगा। थोड़ा ही समा 1.5 लाख पेंशन रही। उस तो बाद एकदम कट के 48,000 पेंशन कर दी गई।
48,000 भी ज़्यादा दिन नहीं रही। थोड़े समय बाद ये पेंशन होर कटौती करके ये 12,000 कर दी गई। भाव कि बड़ा महाराणी जिंद कौर ने बड़े कष्ट सहारे, बड़ा उस महाराणी नूं जलील किया गया। फिर उस तो बाद फिर उन्होंने देश निकाला दे दिता गया, बनारस के शेखूपुरा दे विच महाराणी जिंद कौर नूं भेज दिता। इस तो बाद सिखां ने फिर युद्ध लड़िया, रामनगर का जंग जिहड़ा 22 नवंबर 1848 नूं होया। इहदे विच जिहड़ा है जित हुई खालसे दी। उस तो बाद फिर चिल्लियां वाला जिहड़ा युद्ध लड़िया, ये 13 जनवरी 1849 नूं ये भी सिंघां ने जित्तिया। ये शेर सिंह अटारी, सरदार शाम सिंह अटारी दे सुपुत्र ते चतर सिंह ते हज़ारा सिंह ते लॉर्ड ਹਿਊਂਗਰ ਦੀ ਇਹਦੇ ਵਿੱਚ ਹਾਰ ਹੁੰਦੀ ਆ। ਇਹ ਲਗਾਤਾਰ 3 युद्ध ਜਿਹੜੇ ਆ ਇਹ ਸਿੱਖਾਂ ਨੇ ਬੜੀ ਸੂਰਮਗਤੀ ਬਹਾਦਰੀ ਦੇ ਨਾਲ ਜਿੱਤੇ। ਉਸ ਤੋਂ ਬਾਅਦ ਜੰਗ ਮੁਲਤਾਨ ਹੋਇਆ। ਫਿਰ 22 जनवरी 1849 ਨੂੰ ਵੇਖੋ ਕਿੱਡੀ ਹੈਰਾਨੀ ਵਾਲੀ ਗੱਲ ਨਹੀਂ ਆ, ਇੰਨਾ ਕੁਝ ਬਰਬਾਦ ਹੋਣ ਦੇ ਬਾਵਜੂਦ ਵੀ ਸਿੱਖ ਫੌਜਾਂ ਆਪਣੇ ਰਾਜ ਨੂੰ ਫੈਲਾਉਣ ਵਾਸਤੇ ਲੱਗੀਆਂ ਹੋਈਆਂ। असल च वो सच लिखता है शाह मुहम्मद कि शाह मुहम्मद दा एक सरकार बाजों फौजां जित के अंत नूं हारियां ने। महाराजा रणजीत सिंह दी आर्मी बड़ी ईमानदार सी, वो इस राज वास्ते अपना तन मन धन सब ला देना चाहुंदे सी महाराजा रणजीत सिंह दी मौत तो बाद भी। पर उस समय इस आर्मी नूं, इस फौज नूं कोई सही काबिल कमांडर नहीं मिलिया, क्योंकि फौज लड़दी आ कमांडर ते। 40 ने 10 लाख का मुकाबला किया चमकौर की गढ़ी विच, पर मुकाबला करवाउण वाले सी बादशाह दरवेश गुरु गोबिंद सिंह, शाही शहनशाह गुरु गोबिंद सिंह, हक आगाह गुरु गोबिंद सिंह, अर्धो आलम शाह गुरु गोबिंद सिंह साहब। मैं किसी चमकौर की गढ़ी का भी आप नाल विस्तार कराँगा किवें कलगीधर पातशाह ने अपने 40 नूं मोटिवेट किया सी। मैं एक थोड़ी छोटी जी वारता तुहाडे नाल सांझी करां। गुरु गोबिंद सिंह ने देखिया 40 नूं 10 लाख का घेरा, तो उन्होंने सामने हाथ जोड़ के नहीं खड़े हो गए कि हुण तुसीं करिओ, तुसीं लड़िओ। उन्होंने उस समय की वारता नूं कवि ने लिखिया है, बोले फिर दशमेश जी खंडा लिशका के, 10 लाख वैरी पा लिया है घेरा आके, मैं तकना बल तुसां दा अज ए अजमा के, कि रजदा खंडा किसे दा सिर किन्ने ला के, जो डिगू दुश्मन दलां विच 100 कानी खा के, मैं समझांगा सिंह उसनूं जो रण लड़ेगा रण विच 1.25 लाख नाल कल्ला हिक डा के, मैं आया पुरख अकाल तो ये आग्या पा के, कि जिंदा रखना पंथ नूं पुत भेट चढ़ा के, जिंदा रखना देश नूं पुत भेट चढ़ा के। कलगीधर पातशाह दे बोलां नूं सुण के ਸਿੰਘਾਂ दे हथ शमशीरां दीआं मुठियां ते जा पे, म्यानों धू के हवा च लहरा के शेरां वांग गरजे, कलगी वालिया तैथों असीस लैके, असी वांग हिमाला दे डट जांगे, असां देश गुलाम नहीं होण देना, भावें कट जांगे, असां पंथ गुलाम नहीं होण देना, भावें कट जांगे। अज दा सिख कहंदा मैं गुलाम होणों कोई कसर छड्डनी नहीं। असीं आप ही गुलाम हो गए जदों सिੱਖੀ नूं तलांजलि दे चुके हाँ। सो उस समय ऐसे बिखड़े समय सिखां ने फिर जंग मुल्तान लड़ी 22 जनवरी 1849 नूं, पर इहदे विच सिख फौजां दी हार होई। मूल चंद इस सिख फौज दी उस समय अगवाई कर रहे सन ते इहदे विच सिखां दी हार हुंदी है। उस तो बाद एक युद्ध लड़िया सिखां ने जिन्हां नूं तोपां वाला युद्ध भी आख्या जाता है। ये गुजरात दी जंग सी। गुजरात दे विच 21 फरवरी 1849 नूं तोपां दा युद्ध होया सिखां दे नाल। इहदे विच दोस्त मुहम्मद खान जिहड़ा सी हाकम सी वो भी सिखां दे वल्लों लड़िया ते अफगान सी दूसरे पासे ते इहदे विच अफगानां दी हार होई। लॉर्ड ਹਿਊਂਗਰ ਦੀ ਇਹਦੇ ਵਿੱਚ ਜਿੱਤ ਹੁੰਦੀ है। उस तो बाद विच
29 ਮਾਰਚ 1849 ਨੂੰ ਅੰਗਰੇਜ਼ੀ ਰਾਜ ਦੇ ਵਿੱਚ ਸਿੱਖ ਰਾਜ ਨੂੰ ਮਿਲਾ ਲਿਆ ਗਿਆ। ਹੈਨਰੀ ਲੋਰੈਂਸ ਜਿਹੜਾ ਹੈ, ਚਾਰਲਸ ਸਮੈਸ਼, ਇਹਨੂੰ ਪ੍ਰਸ਼ਾਸਨ ਸੰਭਾਲ ਦਿੱਤਾ ਗਿਆ। ਸੋ ਇਸ ਤਰ੍ਹਾਂ 1553 ਤੱਕ ਇਹ ਜਿਹੜਾ ਯੁੱਧ ਸੀ ਲੜਿਆ ਗਿਆ। ਇਸ ਤਰ੍ਹਾਂ ਸਿੱਖ ਰਾਜ ਦਾ ਜਿਹੜਾ ਅੰਤ ਹੋਇਆ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਲੜੀਵਾਰ ਵਿਚਾਰ ਇਸ ਤਰ੍ਹਾਂ ਚੱਲਦੀ ਰਹੇਗੀ।